ਕਿਹੜਾ ਰੂਲ ਆਫ ਲਾ ਪੰਜਾਬ 'ਚ ਹੈ? ਤੁਸੀਂ ਸਾਨੂੰ ਲਾਠੀ ਚਾਰਜ ਕਰ ਦਿਓ, ਤੁਸੀਂ ਸਾਨੂੰ ਗੋਲੀ ਮਾਰ ਦਿਓ, ਮਨਜ਼ੂਰ ਹੈ, ਪਰ ਇਸ ਤਰੀਕਾ ਬਿਹੇਵੀਅਰ ਸਾਨੂੰ ਮਨਜ਼ੂਰ ਨਹੀਂ ਹੈ। ਤੇ ਜਿੰਨੇ ਦੇਰ ਸਾਨੂੰ ਇਨਸਾਫ ਨਹੀਂ ਹੁੰਦਾ, ਸਾਨੂੰ ਨਹੀਂ ਲੱਗਦਾ ਅਸੀਂ ਕੰਮ ਕਰ ਪਾਵਾਂਗੇ। ਨਹੀਂ ਸਾਨੂੰ ਇਨਸਾਫ ਮਿਲਦਾ, ਇਹ ਫਿਰ ਕਾਲੇ ਕੋਟ ਤੇ ਜਿਹੜਾ ਚਿੱਟਾ ਬੈਂਡ ਹੈ, ਜਿਹਨੂੰ ਇਨਸਾਫ ਦੀ ਲੜਾਈ ਸਮਝਿਆ ਜਾਂਦਾ ਹੈ, ਜਿਹਨੂੰ ਇੱਕ ਡੈਮੋਕ੍ਰੇਸੀ ਦਾ ਪਿਲਰ ਸਮਝਿਆ ਜਾਂਦਾ ਹੈ, ਇਹਨੂੰ ਅਸੀਂ ਕਿਤੇ ਵੈਸੇ ਹੀ ਖੁੱਟੀ ਤੇ ਟੰਗ ਦਾਂਗੇ ਜਾਂ ਕਿਤੇ ਪੇੜ ਤੇ ਟੰਗ ਦਾਂਗੇ ਤੇ ਅਸੀਂ ਰੇੜੀ ਲਾ ਲਾਂਗੇ। 14 ਸਤੰਬਰ ਨੂੰ ਸਾਡੇ ਮੁਕਤਸਰ ਸਾਹਿਬ ਦੇ ਐਡਵੋਕੇਟ ਵਰਿੰਦਰ ਸੰਧੂ ਜੀ ਬੀਇੰਗ ਐਨ ਐਡਵੋਕੇਟ ਉਹ ਪੁਲਿਸ ਸਟੇਸ਼ਨ ਜਾਂਦੇ ਆ ਤੇ ਉਹ ਉੱਥੇ ਜਾ ਕੇ ਪੁਲਿਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਤੁਸੀਂ ਇਸ ਮੇਰੇ ਕਲਾਇੰਟ ਨਾਲ ਜੋ ਵੀ ਕੋਈ ਗੱਲਬਾਤ ਕਰ ਰਹੇ ਹੋ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਬਟ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਪੁਲਿਸ ਦੇ ਜਿਹੜੇ ਅਧਿਕਾਰੀ ਉੱਥੇ ਮੌਜੂਦ ਸਨ, ਉਹਨਾਂ ਨੇ ਸਾਡੇ ਵਕੀਲ ਸਾਹਿਬ ਦੇ ਤਹਿਸ ਜਾ ਕੇ ਚਪੇੜ ਮਾਰ ਜੋ ਰਮਨ ਕੁਮਾਰ ਸ਼ਰਮਾ ਜੀ ਹੈ ਉਹ ਚੱਕ ਕੇ ਸਾਡੇ ਵਕੀਲ ਸਾਹਿਬ ਨੂੰ CID ਥਾਣੇ ਲੈ ਗਏ। ਉੱਥੇ ਜਾ ਕੇ ਵਕੀਲ ਸਾਹਿਬ ਨਾਲ ਬਹੁਤ ਹੀ ਆਮ ਅਨਵੀ ਜਿਵੇਂ ਇਨਹਿਊਮਨ ਟ੍ਰੀਟਮੈਂਟ ਕੀਤਾ। ਯੂਜ਼ਡ ਪੁਲਿਸ ਅਫੀਸ਼ੀਅਲਸ ਹੈ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਤੇ ਤੀਸਰਾ ਫੈਸਲਾ ਇਹ ਹੈ ਕਿ ਵੀ ਇਹ ਜਿਹੜੀ FIR ਜਿਹੜੇ ਬਾਕੀ ਸੈਕਸ਼ਨਸ ਨਹੀਂ ਲੱਗੇ ਹੈਗੇ ਉਹ ਸੈਕਸ਼ਨਸ ਲਾਏ ਜਾਣ। ਮੈਡੀਕਲ ਹੋਇਆ ਉਹਦੇ ਵਿੱਚ ਵਕੀਲ ਸਾਹਿਬ ਤੇ ਇੱਕ ਵੀ ਇੰਜਰੀ ਨਹੀਂ ਸ਼ੋ ਕੀਤੀ ਗਈ। ਫਿਰ ਐਪਲੀਕੇਸ਼ਨ ਲਾ ਕੇ ਜੱਜ ਸਾਹਿਬ ਸੈਸ਼ਨ ਜੱਜ ਸਾਹਿਬ ਦੀ ਇੰਟਰਫੇਰੈਂਸ ਨਾਲ ਦੁਬਾਰਾ ਮੈਡੀਕਲ ਹੋਇਆ ਤਾਂ ਉਸ ਮੈਡੀਕਲ ਵਿੱਚ 18 ਇੰਜਰੀਆਂ ਆਈਆਂ। ਐਕਟ ਪੁਲਿਸ ਨੇ ਕੀਤਾ ਹੈ, ਇਟ ਵਾਜ਼ ਨੋਟ ਐਕਸਪੈਕਟਡ। ਇਹ ਉਮੀਦ ਨਹੀਂ ਸੀ ਕਿ ਇਤਨਾ ਇਨਹਿਊਮਨ ਬਿਹੇਵੀਅਰ, ਬੇਸਿਕਲੀ ਇਹਨਾਂ ਨੇ ਵਕੀਲ ਨੂੰ ਮਾਰਿਆ ਨਹੀਂ, ਉਸकी ਆਤਮਾ ਨੂੰ ਮਾਰਾ। ਗੱਲਾਂ ਤਾਂ ਇਦਾਂ ਦੀਆਂ ਹੋਈਆਂ ਕਿ ਜਿਹੜੀਆਂ ਮੈਂ ਦੱਸ ਵੀ ਨਹੀਂ ਸਕਦਾ, ਮੈਨੂੰ ਦੱਸਦੇ ਹੋਏ ਵੀ ਸ਼ਰਮ ਆਉਂਦੀ ਹੈ। ਗਵਰਨਮੈਂਟ ਨੂੰ ਅਲਟੀਮੇਟਮ ਦਿੱਤਾ ਹੈ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਇਹ ਵਿਦਿਨ 2 ਡੇਜ਼ ਜਿਹੜੀ ਹੈ ਸ਼ਿਫਟ ਕੀਤੀ ਜਾਵੇ ਟੂ ਦੀ CBI। ਸਾਰੇ ਵਕੀਲ ਭਾਈਚਾਰੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਮੈਨੂੰ ਵੀ 30 ਸਾਲ ਵਕਾਲਤ 'ਚ ਹੋ ਗਏ, ਮੈਂ 20 ਸਾਲ ਤੋਂ ਬਾਹਰ ਕੌਂਸਲ 'ਚ ਵੀ ਹਾਂ, ਪਰ ਇਹ ਇੱਦਾਂ ਦੀ ਕਦੀ ਵੀ ਕਿਸੇ ਵੀ ਸਟੇਟ 'ਚ ਪੁਲਿਸ ਨੇ ਇਸ ਤਰ੍ਹਾਂ ਕੀਤਾ ਹੋਵੇ। ਨੋਟ ਓਨਲੀ ਦਿਸ ਪੁਲਿਸ, ਈਵਨ ਕਦੇ ਕੋਈ ਐਸਾ ਮੈਂ ਕਿਤਾਬਾਂ 'ਚ ਵੀ ਨਹੀਂ ਪੜ੍ਹਿਆ, ਬੜੀ ਕਿਤਾਬਾਂ ਪੜ੍ਹੀਆਂ। ਪੰਜਾਬ ਹਰਿਆਣਾ ਚੰਡੀਗੜ੍ਹ ਦੀ ਸਾਰੀ ਅਦਾਲਤਾਂ 'ਚ ਇਸ ਵੇਲੇ ਕੰਮਕਾਜ ਠੱਪ ਹੈ ਕਿਉਂਕਿ ਵਕੀਲ ਸਟ੍ਰਾਈਕ ਤੇ ਚਲੇ ਗਏ ਨੇ। ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਐਡਵੋਕੇਟ ਦਾ, ਜਿਨ੍ਹਾਂ ਨੂੰ ਪੁਲਿਸ ਕਸਟਡੀ ਵਿੱਚ ਬੇਹੱਦ ਹੀ ਅਮਾਨਵੀਅਤ ਤਸ਼ੱਦਦ ਕੀਤੇ ਗਏ ਸੀਗੇ। ਉਹ ਤੋਂ ਬਾਅਦ CGM ਆਰਡਰ ਕਰਦੇ ਨੇ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਕਿ ਇਹ ਜਿਹੜੇ ਆਫੀਸਰਸ ਹੈਗੇ ਨੇ ਇਹਨਾਂ ਦੇ ਖਿਲਾਫ FIR ਦਰਜ ਕੀਤੀ ਜਾਵੇ। ਬਾਵਜੂਦ ਉਹਦੇ ਸੋਮਵਾਰ ਤੱਕ ਕੋਈ FIR ਦਰਜ ਨਹੀਂ ਹੁੰਦੀ। ਕੱਲ੍ਹ ਹਾਈ ਕੋਰਟ 'ਚ ਫਿਰ ਪੂਰਾ ਵਕੀਲ ਮੁਜ਼ਾਹਰਾ ਕਰਦੇ ਨੇ ਔਰ ਰੋਸ ਪ੍ਰਗਟ ਕਰਦੇ ਨੇ। ਇਹ ਤੋਂ ਬਾਅਦ ਦੇਰ ਸ਼ਾਮ ਨੂੰ ਵਕੀਲਾਂ ਦੇ ਦਬਾਅ ਤੋਂ ਬਾਅਦ ਸਰਕਾਰ ਪੁਲਿਸ ਇੱਕ FIR ਦਰਜ ਜ਼ਰੂਰ ਕਰਦੀ ਹੈ, ਲੇਕਿਨ ਉਹ FIR ਉੱਦਾਂ ਦੀ ਨਹੀਂ ਹੈ ਜਿਹਦੇ ਵਿੱਚ ਜਿਹੜੀ ਸਾਰੀ ਧਾਰਾਵਾਂ ਔਰ ਜਿਹੜੀ ਸਾਰੀ ਚੀਜ਼ਾਂ ਪਾਣੀਆਂ ਸੀਗੀਆਂ ਉਹ ਉਸ ਤਰੀਕੇ ਨਾਲ ਨਹੀਂ ਸਾਹਮਣੇ ਆਉਂਦੀ। ਤੇ ਵਕੀਲ ਹਜੇ ਲਗਾਤਾਰ ਸਟ੍ਰਾਈਕ ਤੇ ਹੈਗੇ ਨੇ ਔਰ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਅਫਸਰ ਨਾ ਸਿਰਫ ਉਹਨਾਂ ਦੇ ਖਿਲਾਫ FIR ਦਰਜ ਕੀਤੀ ਜਾਵੇ ਬਲਕਿ ਇਹਨਾਂ ਨੂੰ ਬਰਖਾਸਤ ਵੀ ਕੀਤਾ ਜਾਵੇ ਔਰ ਇਸ ਪੂਰੇ ਮਾਮਲੇ ਦੀ CBI ਤੋਂ ਜਾਂਚ ਕਰਾਈ ਜਾਵੇ, ਕਿਉਂਕਿ ਪੰਜਾਬ ਪੁਲਿਸ ਦੇ ਅਫਸਰ ਨੇ ਪੰਜਾਬ ਪੁਲਿਸ ਸਹੀ ਤਰੀਕੇ ਨਾਲ ਜਾਂਚ ਨਹੀਂ ਕਰ ਸਕਦੀ। ਹੁਣ ਸਟ੍ਰਾਈਕ ਅਗਲੇ ਸ਼ੁੱਕਰਵਾਰ ਤੱਕ ਚਲੀ ਗਈ ਹੈ। ਸਾਡੇ ਨਾਲ ਮੁਕਤਸਰ ਸਾਹਿਬ ਦੇ ਐਡਵੋਕੇਟ ਹੈਗੇ ਨੇ ਬਲਕਰਨ ਸਿੰਘ ਔਲਖ। ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਪੂਰਾ ਮਾਮਲਾ ਕੀ ਸੀਗਾ। ਜੀ ਔਲਖ ਸਾਹਿਬ, ਇਹ ਪੂਰਾ ਮਾਮਲਾ ਕੀ ਸੀਗਾ? ਇੱਕ ਐਡਵੋਕੇਟ ਨਾਲ ਕੀ ਹੋਇਆ? ਕਦੋਂ ਦੀ ਘਟਨਾ ਹੈਗੀ ਜਿਸ ਤੋਂ ਬਾਅਦ ਪੂਰੇ ਵਕੀਲ ਇਸ ਤਰੀਕੇ ਨਾਲ ਰੋਸ਼ 'ਚ ਹੈਗੇ ਨੇ? ਜੀ ਇਹ 14 ਸਤੰਬਰ ਦੀ ਘਟਨਾ ਜੀ। 14 ਸਤੰਬਰ ਨੂੰ ਸਾਡੇ ਮੁਕਤਸਰ ਸਾਹਿਬ ਦੇ ਐਡਵੋਕੇਟ ਵਰਿੰਦਰ ਸੰਧੂ ਜੀ ਉਹ ਆਪਣੇ ਕਿਸੇ ਕਲਾਇੰਟ ਨਾਲ ਪੁਲਿਸ ਸਟੇਸ਼ਨ ਜਾਂਦੇ ਆ, ਕਿਉਂਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਕਲਾਇੰਟ ਸੀਗੇ ਪੁਲਿਸ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ। ਤਾਂ ਬੀਇੰਗ ਐਨ ਐਡਵੋਕੇਟ ਉਹ ਪੁਲਿਸ ਸਟੇਸ਼ਨ ਜਾਂਦੇ ਆ ਤੇ ਉਹ ਉੱਥੇ ਜਾ ਕੇ ਪੁਲਿਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਤੁਸੀਂ ਇਸ ਮੇਰੇ ਕਲਾਇੰਟ ਨਾਲ ਜੋ ਵੀ ਕੋਈ ਗੱਲਬਾਤ ਕਰ ਰਹੇ ਹੋ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਬਟ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਪੁਲਿਸ ਦੇ ਜਿਹੜੇ ਅਧਿਕਾਰੀ ਉੱਥੇ ਮੌਜੂਦ ਸਨ, ਉਹਨਾਂ ਨੇ ਸਾਡੇ ਵਕੀਲ ਸਾਹਿਬ ਦੇ ਤਹਿਸ ਜਾ ਕੇ ਚਪੇੜ ਮਾਰ ਦਿੱਤੀ। ਜਦੋਂ ਉੱਥੇ ਉਹਨਾਂ ਦੇ ਵਕੀਲ ਸਾਹਿਬ ਦੇ ਉਹਨਾਂ ਨੇ ਚਪੇੜ ਮਾਰੀ ਤਾਂ ਵਕੀਲ ਸਾਹਿਬ ਨੇ ਵੀ ਅੱਗੋਂ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਵਿਰੋਧ ਕਰਨ ਤੋਂ ਬਾਅਦ ਜਿਹੜੇ SHO ਰਮਨ ਕੁਮਾਰ ਸ਼ਰਮਾ ਜੀ ਹੈ ਉਹ ਚੱਕ ਕੇ ਸਾਡੇ ਵਕੀਲ ਸਾਹਿਬ ਨੂੰ CID ਥਾਣੇ ਲੈ ਗਏ। ਉੱਥੇ ਜਾ ਕੇ ਵਕੀਲ ਸਾਹਿਬ ਨਾਲ ਬਹੁਤ ਹੀ ਆਮ ਅਨਵੀ ਜਿਵੇਂ ਇਨਹਿਊਮਨ ਟ੍ਰੀਟਮੈਂਟ ਕੀਤਾ ਔਰ ਇੰਨੀਆਂ ਇੰਜਰੀਜ਼ ਕ੍ਰੀਏਟ ਕੀਤੀਆਂ ਜਿੱਥੋਂ ਕਿ ਸਾਨੂੰ MLR 'ਚੋਂ ਪਤਾ ਲੱਗਿਆ 18 ਇੰਜਰੀਜ਼ ਆਈਆਂ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਪੁਲਿਸ ਜਦੋਂ ਮੈਡੀਕਲ ਕਰਾਉਣ ਗਈ ਹੈ ਉਹਨਾਂ ਨੇ ਮੈਡੀਕਲ ਵੀ ਸਾਰਾ ਆਪਣਾ ਮੈਨੇਜ ਕੀਤਾ। ਪਹਿਲਾ ਜਿਹੜਾ ਮੈਡੀਕਲ ਹੋਇਆ ਉਹਦੇ ਵਿੱਚ ਵਕੀਲ ਸਾਹਿਬ ਤੇ ਇੱਕ ਵੀ ਇੰਜਰੀ ਨਹੀਂ ਸ਼ੋ ਕੀਤੀ ਗਈ। ਫਿਰ ਐਪਲੀਕੇਸ਼ਨ ਲਾ ਕੇ ਜੱਜ ਸਾਹਿਬ ਸੈਸ਼ਨ ਜੱਜ ਸਾਹਿਬ ਦੀ ਇੰਟਰਫੇਰੈਂਸ ਨਾਲ ਦੁਬਾਰਾ ਮੈਡੀਕਲ ਹੋਇਆ ਤਾਂ ਉਸ ਮੈਡੀਕਲ ਵਿੱਚ 18 ਇੰਜਰੀਆਂ ਆਈਆਂ। ਫਿਰ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਉਹਨਾਂ ਨਾਲ ਟ੍ਰੀਟਮੈਂਟ ਹੋਇਆ ਕਿੰਨਾ ਗਲਤ ਹੋਇਆ। ਤੇ ਕੁਝ ਗੱਲਾਂ ਤਾਂ ਇਦਾਂ ਦੀਆਂ ਹੋਈਆਂ ਕਿ ਜਿਹੜੀਆਂ ਮੈਂ ਦੱਸ ਵੀ ਨਹੀਂ ਸਕਦਾ, ਮੈਨੂੰ ਦੱਸਦੇ ਹੋਏ ਵੀ ਸ਼ਰਮ ਆਉਂਦੀ ਹੈ।
ਤੇ ਉਸ ਤੋਂ ਬਾਅਦ ਜਦੋਂ ਇਹ ਗੱਲ ਸਾਰੀ ਸੀਜੀਐਮ ਸਾਹਿਬ ਦੇ ਨੋਟਿਸ 'ਚ ਆਈ ਤਾਂ ਅਸੀਂ ਵਕੀਲ ਸਾਹਿਬ ਦੇ ਉਹ ਸਾਡੇ ਐਡਵੋਕੇਟ ਆ ਬਰਾੜ ਸਾਹਿਬ, ਉਹਨਾਂ ਦੇ ਥਰੂ ਅਸੀਂ ਐਪਲੀਕੇਸ਼ਨ ਲਾਈ ਤਾਂ ਫਿਰ ਸੀਜੀਐਮ ਸਾਹਿਬ ਨੇ ਆਰਡਰ ਪਾਸ ਕੀਤਾ ਕਿ ਜਿਹੜੇ ਵੀ ਕੰਸਰਨਡ ਐਸਐਚਓ ਰਮਨ ਸ਼ਰਮਾ ਜੀ ਜਾਂ ਹੋਰ ਪੁਲਿਸ ਅਫੀਸ਼ੀਅਲ ਜਿਹੜੇ ਇਨਵੋਲਵਡ ਹੈ ਵਿੱਚ ਤੇ ਐਸਪੀ ਭੁੱਲਰ, ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ। ਇਨ ਸਪਾਈਟ ਆਫ ਦੀ ਆਰਡਰ ਪਾਸਡ ਬਾਈ ਦੀ ਸੀਜੀਐਮ ਮੁਕਤਸਰ, ਉਹ ਆਰਡਰ ਕੰਪਲਾਈਂਸ ਨਹੀਂ ਹੋਇਆ। ਜਦੋਂ ਉਹ ਆਰਡਰ ਕੰਪਲਾਈਂਸ ਨਹੀਂ ਹੋਇਆ ਤਾਂ ਫਿਰ ਸਾਡੇ ਵਕੀਲ ਭਾਈਚਾਰੇ ਨੇ ਸਾਰੇ ਨੇ ਸੋਚਿਆ ਕਿ ਜਦੋਂ ਹਾਈ ਕੋਰਟ ਦੇ ਆਰਡਰ ਜੁਡੀਸ਼ੀਅਲ ਆਰਡਰ ਕੰਪਲਾਈਂਸ ਨਹੀਂ ਹੋ ਰਹੀ ਤਾਂ ਫਿਰ ਅਸੀਂ ਪ੍ਰੋਟੈਸਟ ਕਰਨ ਦੇ ਬਾਰੇ ਸੋਚਿਆ। ਫਿਰ ਜਦੋਂ ਮੁਕਤਸਰ ਬਾਰ ਨੇ ਪ੍ਰੋਟੈਸਟ ਸਟਾਰਟ ਕੀਤਾ ਤਾਂ ਫਿਰ ਵੀ ਜਿਹੜਾ ਉੱਥੋਂ ਦੇ ਕੰਸਰਨਡ ਐਸਐਸਪੀ ਸੀਗੇ ਉਹਨਾਂ ਨੇ ਫਿਰ ਵੀ ਕੋਈ ਵੀ ਐਕਸ਼ਨ ਲੈਣ ਤੋਂ ਮਨਾ ਕਰਤਾ। ਫਿਰ ਉਹ ਮੁਕਤਸਰ ਬਾਰ ਨੇ ਸਾਡੇ ਹਾਈ ਕੋਰਟ ਬਾਰ ਨੂੰ ਆ ਕੇ ਇੱਥੇ ਇਨਫੋਰਮ ਕੀਤਾ, ਸਾਡੇ ਨਾਲ ਡਿਸਕਸ਼ਨ ਹੋਈ, ਸਾਡੇ ਪ੍ਰਧਾਨ ਜੀ ਐਗਜ਼ੈਕਟਿਵ ਕਮੇਟੀ ਨਾਲ ਡਿਸਕਸ਼ਨ ਹੋਈ, ਬਾਰ ਕਾਉਂਸਲ ਸਾਡੀ ਜੋ ਬਾਡੀ ਹੈ ਉਹਨਾਂ ਨਾਲ ਡਿਸਕਸ਼ਨ ਹੋਈ। ਤਾਂ ਫਿਰ ਜਦੋਂ ਬਾਰ ਕਾਉਂਸਲ ਨੇ ਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਮੁੱਦੇ ਦੀ ਇੰਪੋਰਟੈਂਸ ਨੂੰ ਸਮਝਦੇ ਹੋਏ ਅੱਗੇ ਫਰਦਰ ਪ੍ਰੋਟੈਸਟ ਕਰਨ ਲਈ ਸਾਰੇ ਵਕੀਲ ਭਾਈਚਾਰੇ ਨੂੰ ਕਾਲ ਕੀਤੀ ਤਾਂ ਫਿਰ ਉਹਨਾਂ ਨੇ ਕੱਲ ਦੇਰ ਰਾਤ ਇੱਕ ਐਫਆਈਆਰ ਦਰਜ ਕੀਤੀ, ਜਿਹਦੇ ਵਿੱਚ ਹਲੇ ਵੀ ਉਹਨਾਂ ਨੇ ਪ੍ਰੋਪਰ ਸੈਕਸ਼ਨ ਨਹੀਂ ਲਾਏ, ਹਲੇ ਵੀ ਉਹ ਆਪਣੇ ਜਿਹੜੇ ਪੁਲਿਸ ਅਫੀਸ਼ੀਅਲਸ ਹੈ ਉਹਨਾਂ ਨੂੰ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਜਿੱਥੋਂ ਤੱਕ ਹੁਣ ਸਾਡੀ ਬਾਰ ਦਾ ਅੱਜ ਜਨਰਲ ਹਾਊਸ ਹੋਇਆ, ਅਸੀਂ ਜਨਰਲ ਹਾਊਸ ਦੇ ਵਿੱਚ ਇਹ ਡਿਸਾਈਡ ਕੀਤਾ ਕਿ ਜਿੰਨੀ ਦੇਰ ਇਹ ਜਿਹੜੀ ਜਾਂਚ ਹੈ ਕਿਸੇ ਇੰਡੀਪੈਂਡੈਂਟ ਏਜੰਸੀ ਜਾਂ ਸੀਬੀਆਈ ਤੋਂ ਨਹੀਂ ਹੁੰਦੀ ਤੇ ਕੰਸਰਨਡ ਜਿੰਨੇ ਵੀ ਉਹਦੇ ਵਿੱਚ ਪੁਲਿਸ ਮੁਲਾਜ਼ਮ ਅਕਿਊਜ਼ਡ ਹੈ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ ਔਰ ਉਹਨਾਂ ਨੂੰ ਡਿਸਮਿਸ ਨਹੀਂ ਕੀਤਾ ਜਾਂਦਾ ਤੇ ਜਿਹੜੇ ਬਣਦੇ ਸੈਕਸ਼ਨ ਹੈ ਉਹ ਐਫਆਈਆਰ 'ਚ ਐਡ ਨਹੀਂ ਹੁੰਦੇ। ਪਲੱਸ ਜਿਹੜੀ ਸਾਡੇ ਵਕੀਲ ਸਾਹਿਬ ਦੇ ਉੱਤੇ ਇੱਕ ਗਲਤ ਐਫਆਈਆਰ ਕੀਤੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੇ ਕੈਂਡੀਪੇਸ ਦਾ ਸੈਕਸ਼ਨ ਵੀ ਐਡ ਕੀਤਾ ਕਿ ਉਸ ਐਫਆਈਆਰ ਨੂੰ ਹੋਰ ਆਪਣੇ ਆਪਦੇ ਬਚਾਉਣ ਲਈ ਉਹਨਾਂ ਨੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਕੀਲ ਸਾਹਿਬ ਦੇ ਖਿਲਾਫ ਜਿਹੜੀ ਐਫਆਈਆਰ ਹੋਈ ਹੈ, ਅਸੀਂ ਚਾਹੁੰਦੇ ਹਾਂ ਕਿ ਉਹਦੇ ਵਿੱਚ ਕੈਂਸਲੇਸ਼ਨ ਮੂਵ ਕਰਨ ਤੇ ਜਿਹੜੇ ਵੀ ਕੰਸਰਨਡ ਉੱਥੋਂ ਦੇ ਐਸਐਸਪੀ ਹੈਗੇ ਆ ਉਹਨਾਂ ਨੂੰ ਵੀ ਡਿਸਮਿਸ ਕੀਤਾ ਜਾਵੇ। ਸਾਡੇ ਹਾਊਸ ਦੀ ਇਹ ਡਿਮਾਂਡ ਹੈ। ਅਕਿਊਜ਼ਡ ਪੁਲਿਸ ਅਫੀਸ਼ੀਅਲਸ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਤੇ ਤੀਸਰਾ ਫੈਸਲਾ ਇਹ ਹੈ ਕਿ ਵੀ ਇਹ ਜਿਹੜੀ ਐਫਆਈਆਰ ਜਿਹੜੇ ਬਾਕੀ ਸੈਕਸ਼ਨਸ ਨਹੀਂ ਲੱਗੇ ਹੈਗੇ ਉਹ ਸੈਕਸ਼ਨਸ ਲਾਏ ਜਾਣ। ਗਵਰਨਮੈਂਟ ਨੂੰ ਅਲਟੀਮੇਟਮ ਦਿੱਤਾ ਹੈ ਕਿ ਇਨਵੈਸਟੀਗੇਸ਼ਨ ਜਿਹੜੀ ਆ ਇਹ ਵਿਦਿਨ 2 ਡੇਜ਼ ਜਿਹੜੀ ਹੈ ਸ਼ਿਫਟ ਕੀਤੀ ਜਾਵੇ ਟੂ ਦੀ ਸੀਬੀਆਈ। ਡਿਸਮਿਸਲ ਦੀ ਡਿਮਾਂਡ ਕੀਤੀ ਗਈ ਹੈ ਕਿ ਜਿਹੜੇ ਪੁਲਿਸ ਅਫੀਸ਼ੀਅਲਸ ਆ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ। ਫਿਲਹਾਲ ਸ਼ੁੱਕਰਵਾਰ ਤੱਕ ਸਟ੍ਰਾਈਕ ਮੀਟਿੰਗ ਹੋਏਗੀ ਨਹੀਂ, ਇਹ ਸਵੇਰੇ ਹੀ ਕਰਾਂਗੇ। ਫਾਰਮਰ ਚੇਅਰਮੈਨ ਬਾਰ ਕਾਉਂਸਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਲੇਖਰਾਜ ਸ਼ਰਮਾ ਜੀ। ਸ਼ਰਮਾ ਜੀ, ਹੁਣ ਅੱਗੇ ਫਰਦਰ ਕੀ ਤੁਸੀਂ ਕਾਲ ਕੀਤੀ ਤੇ ਹੁਣ ਅੱਗੇ ਫਰਦਰ ਕੀ ਕਾਰਵਾਈ ਦੀ ਮੰਗ ਕੀਤੀ ਜਾਏਗੀ? एक्ट पुलिस ने किया है, इट वाज नॉट एक्सपेक्टेड। उम्मीद नहीं सी कि इतना इनह्यूमन बिहेवियर, बेसिकली इन्होंने वकील नूं मारिया नहीं, उसकी आत्मा नूं मारा। सारे वकील भाईचारे नूं नीचा दिखाने की कोशिश की है और ये मैनू भी 30 साल वकालत च हो गए, मैं 20 साल तो बार कौंसल च भी हैं, पर इदा दी कभी भी किसी भी स्टेट च पुलिस ने इस तरह किया होए। नॉट ओनली दिस पुलिस, इवन कदे कोई ऐसा मैं किताबों भी नहीं पढ़ा, बड़ी किताबा पढ़ी आज़ादी की लड़ाई की, कि किसी ब्रिटिश पुलिस ने भी इस तरह का इनह्यूमन एक्ट किया हो। हुण असीं आज़ादी के 75वें साल च भी अगर पुलिस साडे नाल इस तरह करेगी, वी आर द प्रोटेक्टर ऑफ द लॉ। सो अज तो गल ये होगी असीं अपने आप नूं भी नहीं प्रोटेक्ट कर पा रहे हैं। असीं जुडिशरी की बड़ी रिस्पैक्ट करते हैं। साडे एक ऑनरेबल जज साहब ने हाई कोर्ट के जिहड़ा मेवात कांड ते कोगनाइजेंस लिया, वो सानू बड़ा चंगा लगा, असीं बड़ा एप्रीशिएट किया। तो असी चाहते हैं कि इसी तरीके नाल सानू हाई कोर्ट तो भी कोई प्रोटेक्शन मिले। मतलब असी करिए कि असी अपने घरे जाके की मूँह दिखाइए कि साडे नाल ये कुछ हो रहा है तो असी फिर भी काला कोट पा के कह रहे इंसाफ की लड़ाई लड़ेंगे। साडी आत्मा टुट चुकी है, असी मर चुके हैं तो हुण साडे तो असी स्ट्राइक नो वर्क ये तुहाडे वास्ते है, साडे तो काम हो ही नहीं रहा, असी नहीं काम कर पावांगे जिन्नी देर सानू इंसाफ नहीं मिलता। तो साडे इंसाफ ये है कि जिहड़ी पुलिस ने FIR आईवास की है उन्होंने दुरुस्त किया जाए, प्रॉपर उहदे विच प्रोविजन ऐड की जाए। वो जिहड़े पुलिस वाले है, क्या तुसी कैन यू अफोर्ड कि तुसी ऐसे बंदे नू पुलिस च डिसिपलिन फोर्स च तुसी उन्होंने रखोगे जिहड़ा बंदा एक ला ऑफिसर नू जिहड़ा कोर्ट च काम कर रहा है उन्होंने तुसी थाने च बंद करके उहदे मतलब आगे पीछे तुसी उहदी बेइज्जती करोगे तो उस तो बावजूद भी पुलिस चुप बैठी है, उस तो बाद भी सरकार चुप बैठी है। किहड़ा रूल ऑफ ला पंजाब च है?
ਹਾਪੂੜ 'ਚ ਉਹਨਾਂ ਵਕੀਲਾਂ ਨਾਲ ਵੈਸੀ ਕੁੱਟਮਾਰ ਹੋਈ ਸੀ ਲਾਠੀ। ਤੁਸੀਂ ਸਾਨੂੰ ਲਾਠੀ ਚਾਰਜ ਕਰ ਦਿਓ, ਤੁਸੀਂ ਸਾਨੂੰ ਗੋਲੀ ਮਾਰ ਦਿਓ, ਮਨਜ਼ੂਰ ਹੈ, ਪਰ ਇਸ ਤਰੀਕਾ ਬਿਹੇਵੀਅਰ ਸਾਨੂੰ ਮਨਜ਼ੂਰ ਨਹੀਂ ਹੈ। ਤੇ ਜਿੰਨੇ ਦੇਰ ਸਾਨੂੰ ਇਨਸਾਫ ਨਹੀਂ ਹੁੰਦਾ ਸਾਨੂੰ ਨਹੀਂ ਲੱਗਦਾ ਅਸੀਂ ਕੰਮ ਕਰ ਪਾਵਾਂਗੇ। ਇਹੀ ਚੀਜ਼ ਨਹੀਂ ਸਾਨੂੰ ਇਨਸਾਫ ਮਿਲਦਾ, ਇਹ ਫਿਰ ਕਾਲੇ ਕੋਟ ਤੇ ਜਿਹੜਾ ਚਿੱਟਾ ਬੈਂਡ ਹੈ, ਜਿਹਨੂੰ ਇਨਸਾਫ ਦੀ ਲੜਾਈ ਸਮਝਿਆ ਜਾਂਦਾ ਹੈ, ਜਿਹਨੂੰ ਇੱਕ ਡੈਮੋਕ੍ਰੇਸੀ ਦਾ ਪਿਲਰ ਸਮਝਿਆ ਜਾਂਦਾ ਹੈ, ਇਹਨੂੰ ਅਸੀਂ ਕਿਤੇ ਵੈਸੇ ਹੀ ਖੁੱਟੀ ਤੇ ਟਾਂਗ ਦਾਂਗੇ ਜਾਂ ਕਿਤੇ ਪੇੜ ਤੇ ਟਾਂਗ ਦਾਂਗੇ ਤੇ ਅਸੀਂ ਰੇੜੀ ਲਾ ਲਾਂਗੇ, ਅੰਡੇ ਦੀ ਰੇੜੀ ਲਾ ਲਾਂਗੇ। ਪਰ ਇਸ ਤਰੀਕੇ ਜਿਹੜੀ ਤਸੱਦੁਦ ਹੈ, ਇਸ ਕਿਸਮ ਦੀ ਬੇਇੱਜ਼ਤੀ ਹੈ, ਸਾਡੇ ਭਰਾ ਨਾਲ ਹੋਈ ਹੈ, ਸਾਡੇ ਤੋਂ ਬਰਦਾਸ਼ਤ ਨਹੀਂ ਹੈ। ਸਾਡਾ ਆਪ ਸੁਸਾਈਡ ਕਰਨ ਦਾ ਮਨ ਕਰਦਾ ਹੈ। ਅਸੀਂ ਬਹੁਤ ਦੁਖੀ ਹਾਂ, ਸਾਡੇ ਨਾਲ ਇਨਸਾਫ ਕੀਤਾ ਜਾਏ। ਨਹੀਂ ਅਸੀਂ ਕਿਸੇ ਐਕਸਟੈਂਟ ਤੱਕ ਵੀ ਜਾ ਸਕਦੇ ਹਾਂ, ਅਸੀਂ ਸੈਲਫ ਇਮੋਲੇਸ਼ਨ ਵੀ ਕਰ ਸਕਦੇ ਹਾਂ ਅਗਰ ਸਾਡੇ ਨਾਲ ਇਨਸਾਫ ਨਹੀਂ ਹੋਇਆ। ਇਹ ਮੇਰੀ ਡਿਮਾਂਡ ਹੈ ਸਰਕਾਰ ਤੋਂ। ਉਹਨੂੰ ਕੰਪਨਸੇਸ਼ਨ ਦਿੱਤਾ ਜਾਏ, ਉਹਦੀ ਫੈਮਿਲੀ ਨੂੰ ਐਡਜਸਟ ਕੀਤਾ ਜਾਏ। ਮੈਂ ਹਾਈ ਕੋਰਟ ਬਾਰ ਨੂੰ ਵੀ ਕਹਾਂਗਾ ਕਿ ਉਹਨੂੰ ਓਨਰੇਰੀ ਮੈਂਬਰਸ਼ਿਪ ਇੱਥੇ ਦਿੱਤੀ ਜਾਏ। ਬਾਰ ਕੌਂਸਲ ਨੂੰ ਵੀ ਕਹਾਂਗਾ ਅੱਜ ਕਿ ਉਹਨੂੰ ਕੰਪਨਸੇਟ ਕੀਤਾ ਜਾਏ। ਉਹਦੇ ਵਿਚਾਰੇ की जमानत नहीं हो रही, ਉਹਦੀ जमानत विड्रा हो गई। शर्म की बात है। ਸਾਨੂੰ ਡੂਬ ਮਰਨਾ ਚਾਹੀਦਾ, ਸਰਕਾਰ ਨੂੰ ਰਿਜ਼ਾਈਨ ਕਰਨਾ ਚਾਹੀਦਾ। ਮੈਂ ਕਹਿੰਦਾ ਸੇਮ ਔਨ ਪੰਜਾਬ ਗਵਰਨਮੈਂਟ।